सत श्री अकाल जी। थोड़े रूबरू होए आ गल्लां बड़ियां गंभीर आ। सब तो वड्डी ते पहली गल साडे इष्ट श्री गुरु ग्रंथ साहब जी की बेअदबी फेर होनी, अंग गुरु श्री गुरु ग्रंथ साहब जी दे खिलारे जाने। सो हुण इहदे ते जे असीं गल ना करदे या मैं गल ना करदा, किते ना किते मेरी रूह नहीं मननी सी, या अंदरों जिहड़ी असीं आपदा दुख ते गुस्सा भी जाहिर करना चाहुंदे आ, वो गल नहीं सामने आउणी सी। गल गंभीर क्यों आ ये असीं समझीए। पहलां 2015 च भी किसान संघर्ष चल रहा सी, उस वेले भी कल दे दिन श्री गुरु ग्रंथ साहब जी की बेअदबी हुई, ते हुण भी उसे जमा पड़ा ते आके खड़े आ असीं। सो ये आपस च किते ना किते कोरिलेट करदी है गल। पर इदों पहलां गल असीं एक होर समझीए, जे असीं आपदे इष्ट दी या श्री गुरु ग्रंथ साहब दी आप पहरा ही नहीं दे सकते, सुरक्षा ही नहीं कर सकते, फिर साडे च रह की गया, फिर साडे पल्ले की आ। फिर बड़ियां बड़ियां गल्लां करके असीं कहने भी असीं इतिहास सिरजांगे, असीं कौम नूं बचावांगे, पंजाब नूं बचावांगे। जे असीं आपदे गुरुआं दी जिन्हां ते पंजाब जिन्हां ने पंजाब नूं सिरजिया उन्हां दे फलसफिਆਂ ਦੀ ਅਸੀਂ ਰੱਖਿਆ नहीं कर सकते, भी पिंड वाले ਪਹਿਰਾ ला देण। जिवें रौल लगदी आ घर वाइज पिंड 'ਚ जे 500 घर आ ਤਾਂ 500 घर एक एक करके ਪਹਿਰਾ ला देण। जिद्दे एक घर ਦਾ ਪਹਿਰਾ ਲੱਗਿਆ ਉਹਦੀ बारी 2 या 3 ਮਹੀਨਿਆਂ ਬਾਅਦ ਫੇਰ ਆਊਗੀ। ਜੇ ਅਸੀਂ ਇੰਨਾ ਵੀ नहीं कर सकते तो फिर ਅਸੀਂ ਕਹਿੰਦੇ ਆ ਵੀ ਬੇਅਦਬੀਆਂ ਨੂੰ रोक ਲਾਂਗੇ, ਜਾਂ ਅਸੀਂ श्री गुरु ग्रंथ साहब जी ਜਿਹੜੇ ਸਾਡੇ ਇਸ਼ਟ ਆ ਉਹਨਾਂ ਨੂੰ ਸਮਰਪਿਤ ਆ। ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ 'ਚ ਉਸ ਸਮਰਪਣ 'ਚ ਕਮੀ ਆ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਹੁਣ ਜੇ ਅਸੀਂ ਉਹ ਬੰਦਾ ਜਿਹੜਾ ਫੜਿਆ ਗਿਆ, ਪਿੰਡ ਵਾਲਿਆਂ ਨੇ ਫੜ ਕੇ ਉਹਨੂੰ ਪੁਲਿਸ ਨੂੰ ਦੇਤਾ, ਤੇ ਗੱਲ ਕੀ ਕਹੀ ਜਾ ਰਹੀ ਆ ਵੀ ਉਹ ਤਾਂ ਜੀ ਉਹ ਤਾਂ ਨਸ਼ੇੜੀ ਆ, ਜਾਂ ਉਹ ਨਸ਼ੇ 'ਚ ਸੀ, ਜਾਂ ਕੋਈ ਉਹਦੇ 'ਚ ਮਾਨਸਿਕ ਤੌਰ 'ਤੇ ਖਰਾਬੀ ਆ। ਹੁਣ ਜਿਹੜੇ ਮਾਨਸਿਕ ਤੌਰ 'ਤੇ ਖਰਾਬੀ ਹੁੰਦੀ ਆ ਜਾਂ ਨਸ਼ੇ 'ਚ ਜਿਹੜੇ ਆ ਕੇ ਬੰਦੇ ਇਹ ਕੰਮ ਕਰਦੇ ਆ, ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਕਿਉਂ ਲੱਭਦੇ ਆ? ਸੋ ਗੱਲ ਕੱਲੀ ਆਪਾਂ ਜਿਹੜੀ ਇਹ ਸਮਝਣ ਦੀ ਜ਼ਰੂਰਤ ਆ ਵੀ ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਕੋਈ ਬਹੁਤ ਵੱਡੀ ਚਾਲ ਪਈ ਆ। ਪਿੰਡ ਵਾਲਿਆਂ ਨੂੰ ਚਾਹੀਦਾ ਸੀ ਵੀ ਉਸ ਬੰਦੇ ਨੂੰ ਫੜ ਕੇ ਪਹਿਲਾਂ ਉਹ ਤਾਂ ਪੁੱਛਗਿੱਛ ਕਰੋ। ਜਦੋਂ ਅਸੀਂ ਦੇਈ ਪੁਲਿਸ ਨੂੰ ਦਿੱਤਾ, ਅਗਲੇ ਤਾਂ ਇਹ ਪਹਿਲਾਂ ਹੀ ਕਿਆਸ ਲਾਈ ਬੈਠੇ ਹੁੰਦੇ ਆ ਵੀ ਪੁਲਿਸ ਨੇ ਕਰਨਾ ਕੀ ਆ। ਪੁਲਿਸ ਨੇ ਤਾਂ ਜਿਹੜੇ ਆਮ ਤੌਰ ਤੇ ਕੋਈ 295A ਦਾ ਪਰਚਾ ਉਹੀ ਪਾ ਦੇਣਾ ਉਹਨਾਂ ਤੇ ਮੁੜ ਕੇ ਬਰਗਾੜੀ 'ਚੋਂ ਕੁਛ ਨਹੀਂ ਨਿਕਲਿਆ, ਉੱਥੇ ਨਹੀਂ ਸਾਨੂੰ ਪਤਾ ਲੱਗਿਆ ਹਜੇ ਤੱਕ ਜੋ ਬੇਅਦਬੀਆਂ ਹੋਈਆਂ। ਹੁਣ ਕੀ ਪਤਾ ਲੱਗ ਜੂ। ਸੋ ਪਹਿਲਾਂ ਸਾਨੂੰ ਆਪ ਪਿੰਡ ਵਾਲਿਆਂ ਨੂੰ ਪੁੱਛ-ਗਿੱਛ ਕਰਨੀ ਚਾਹੀਦੀ ਸੀ, ਬਾਈ ਦੱਸ ਤੇਰੇ ਪਿੱਛੇ ਕੌਣ ਆ, ਇਹ ਗੱਲ ਇਹਦੀ ਜੜ ਕਿੱਥੇ ਪਈ ਆ। ਸੋ ਹੁਣ ਜੇ ਅਸੀਂ ਸ਼ੰਭੂ ਮੋਰਚੇ ਤੇ ਬੈਠੇ ਆ, ਉਦੋਂ ਦਾ ਮੈਂ ਇਹ ਗੱਲ ਕਹੀ ਜਾਂਦਾ, ਅਸੀਂ ਸਾਰੀ ਸਾਡੀ ਪੰਚਾਇਤ ਗੱਲ ਕਹੀ ਜਾਂਦੀ ਆ ਵੀ ਅਸੀਂ ਬੇਅਦਬੀਆਂ ਲਈ ਵੀ ਬੈਠੇ ਆ। ਸਾਡਾ ਰੋਹ ਜਿਹੜਾ ਸਾਡੇ ਅੰਦਰ ਗੁੱਸਾ ਮਨਾਂ ਦਾ ਪ੍ਰਗਟ ਹੋਇਆ ਇਸ ਅੰਦੋਲਨ ਦੇ ਰੂਪ 'ਚ ਉਭਾਰ ਆਇਆ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਜਿਹੜੇ ਮਿਸਿੰਗ ਆ ਉਹਨਾਂ ਲਈ ਵੀ ਬੈਠੇ ਆ, ਬੇਅਦਬੀ ਦੀਆਂ ਘਟਨਾਵਾਂ ਲਈ ਵੀ ਬੈਠੇ ਆ, ਕਿਸਾਨੀ ਲਈ ਵੀ ਬੈਠੇ ਆ, ਮਜ਼ਦੂਰਾਂ ਲਈ ਵੀ ਬੈਠੇ ਆ, ਨਸ਼ਿਆਂ ਦੇ ਵੀ ਵਿਰੁੱਧ ਆਵਾਜ਼ ਉਠਾਉਣੀ ਆ, ਅਸੀਂ ਬੇਰੁਜ਼ਗਾਰੀ ਦੇ ਵੀ ਵਿਰੁੱਧ ਆਵਾਜ਼ ਉਠਾਉਣੀ ਆ, ਸਾਡੇ ਪਾਣੀਆਂ ਲਈ ਵੀ ਬੈਠੇ ਆ। ਆ ਗੱਲ ਪ੍ਰਤੱਖ ਹੋ ਗਈ ਲੋ ਸਾਡੇ ਸਾਹਮਣੇ। ਸੋ ਗੱਲ ਇਹ ਆ ਵੀ ਹੁਣ ਕੱਲਾ ਚਲੋ ਗੁਰਦੁਆਰੇ ਸਾਹਿਬ ਦੀ ਗੱਲ ਨਹੀਂ, ਨਾਲ ਮੰਦਰਾਂ 'ਚ ਵੀ ਇਹਨਾਂ ਨੇ ਤਾਂ ਕਿਤੇ ਨਾ ਕਿਤੇ ਇਹਨੂੰ ਧਾਰਮਿਕ ਰੰਗਤ ਦੇਣੀ ਆ। ਗੁਰਦੁਆਰੇ ਸਾਹਿਬ ਵੀ ਸਾਨੂੰ ਆਪ ਸੰਭਾਲਣੇ ਪੈਣੇ ਆ, ਮੰਦਰ ਵੀ ਸੰਭਾਲਣੇ ਪੈਣੇ ਆ। ਇਸ ਧਾਰਮਿਕ ਰੰਗ ਤੋਂ ਅਸੀਂ ਇਹਦੇ 'ਚ ਨਹੀਂ ਰੰਗਿਆ ਜਾਣਾ। ਕਿਸਾਨੀ ਦਾ ਸੰਘਰਸ਼ ਬਹੁਤ ਬੜਾ ਵੱਡਾ ਅੰਦੋਲਨ ਆ, ਲਾਮਬੰਦੀ ਬੜੀ ਵੱਡੀ ਆ, ਉਹਨੂੰ ਅਸੀਂ ਸਮਝੀਏ, ਉਹਨੂੰ ਕਿਸੇ ਹੋਰ ਪਾਸੇ ਨਾ ਲਿਜਾਈਏ। ਸਟੇਟ ਤੇ ਸਰਕਾਰਾਂ ਇਹ ਗੱਲ ਚਾਹੁੰਦੀਆਂ ਵੀ ਕਿਸੇ ਹੋਰ ਪਾਸੇ ਨੂੰ ਤੁਰ ਪਈਏ। ਪਰ ਅਗਲੀ ਜਿਹੜੀ ਗੱਲ ਇਹ ਆ ਜੀ, ਸਾਡੇ ਇਸ਼ਟ ਤੇ ਗੱਲ ਆਊਗੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੱਲ ਆਊਗੀ, ਨਿਆਂ ਸਾਨੂੰ ਉਹਦਾ ਵੀ ਚਾਹੀਦਾ। ਪਹਿਲੀ ਗੱਲ ਤਾਂ ਇਹ ਹੋਣੀ ਨਹੀਂ ਚਾਹੀਦੀ, ਉਹਦੇ ਲਈ ਲੜਾਂਗੇ ਵੀ ਅੱਗੇ ਤੋਂ ਹੋਵੇ ਨਾ, ਤੇ ਜੇ ਹੋ ਗਈ ਹੁਣ ਉੱਥੇ ਨਿਆਂ ਸਾਨੂੰ ਉਹਦਾ ਵੀ ਚਾਹੀਦਾ, ਇਹ ਵੀ ਸਾਨੂੰ ਆਵਾਜ਼ ਬੁਲੰਦ ਕਰਨੀ ਪਊਗੀ। ਅਗਲੀ ਗੱਲ, ਜੇ ਵਾਪਸ ਅਸੀਂ ਆਪਦੇ ਸੰਘਰਸ਼ ਵਾਲੇ ਪਾਸੇ ਆਈਏ ਤਾਂ ਬਹੁਤ ਜ਼ਰੂਰੀ ਗੱਲ ਆ ਇਹ ਸਾਡੇ ਲਈ ਸਮਝਣੀ ਵੀ ਇੱਕ ਇਹਨਾਂ ਦੀ ਕੋਈ ਕਮੇਟੀ ਸਰਕਾਰ ਭੇਜ ਰਹੀ ਆ, ਜਿੱਥੇ 5-6 ਉਹਨਾਂ ਦੇ ਮੰਤਰੀ ਆ ਜਿਹੜੇ ਸਰਕਾਰ ਦੇ, ਉਹਨਾਂ ਦੀ ਡਿਊਟੀ ਲਾਤੀ ਆ ਵੀ ਤੁਸੀਂ ਵੱਖ-ਵੱਖ ਸ਼ਹਿਰਾਂ 'ਚ ਜਾਓ ਤੇ ਆਪਦੀਆਂ ਉੱਥੇ ਜਾ ਕੇ ਵੱਡੀਆਂ ਸਭਾਵਾਂ ਕਰੋ, ਵੱਡੇ
ਆਪਦੇ ਤੁਸੀਂ ਇੱਕ ਮੁਜ਼ਾਹਰੇ ਕਰੋ ਜਿੱਥੇ ਲੋਕਾਂ ਨੂੰ ਜਾਂ ਕਿਸਾਨਾਂ ਦੇ ਆਗੂਆਂ ਨੂੰ ਇਹ ਗੱਲ ਸਮਝਾਓ ਵੀ ਇਹ ਜਿਹੜੇ ਨਵੇਂ ਬਿੱਲ ਆ ਜਾਂ ਨਵੇਂ ਕਾਨੂੰਨ ਆ ਇਹ ਕਿਸ ਤਰ੍ਹਾਂ ਲਾਹੇਵੰਦ ਹੋਣਗੇ ਕਿਸਾਨਾਂ ਲਈ ਜਾਂ ਮਜ਼ਦੂਰਾਂ ਲਈ। ਗੱਲ ਇਹ ਆ ਵੀ ਇਹ ਜਿਹੜਾ ਇੱਕ ਵਫਦ ਆ ਰਿਹਾ ਜਾਂ ਇਹ ਇੱਕ ਪੂਰੀ ਕਮੇਟੀ ਆ ਰਹੀ ਆ, ਇਹਨੂੰ ਅਸੀਂ ਕਾਲੀਆਂ ਝੰਡੀਆਂ ਦਿਖਾ ਕੇ, ਜਿਵੇਂ ਸਾਈਮਨ ਕਮਿਸ਼ਨ ਨੂੰ ਵਾਪਸ ਭੇਜਿਆ ਸੀ ਨਾ ਉਸ ਵੇਲੇ, ਦੇਖੋ ਇਤਿਹਾਸ ਚੋਂ ਹੀ ਸੇਧ ਲੈਣੀ ਹੁੰਦੀ ਆ, ਇਤਿਹਾਸ 'ਚ ਹੀ ਪਿਆ ਸਭ ਕੁਝ ਜਿੱਥੋਂ ਸਾਨੂੰ ਸੇਧਾਂ ਮਿਲਦੀਆਂ। ਇਹਨੂੰ ਸਾਈਮਨ ਕਮਿਸ਼ਨ ਗੋ ਬੈਕ ਦੇ ਉਸੇ ਤਰ੍ਹਾਂ ਇਹਨਾਂ ਨੂੰ ਵਾਪਸ ਭੇਜੋ। ਇਹਨਾਂ ਨੂੰ ਕਹੀਓ ਪੰਜਾਬ 'ਚ ਤੁਹਾਡੀ ਕੋਈ ਜਗ੍ਹਾ ਨਹੀਂ ਹੈ, ਪੰਜਾਬ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਹੂ ਆਰ ਯੂ ਟੂ ਟਾਕ ਟੂ ਅਸ? ਤੁਸੀਂ ਵਿਚੋਲਗੀ ਕਰਨ ਕਿਉਂ ਆਏ ਹੋ? ਤੁਸੀਂ ਜਿਹੜੀ ਸਰਕਾਰ ਦੇ ਮੁਖੀ ਆ ਉਹਨਾਂ ਨੂੰ ਕਹੋ ਸਾਡੇ ਨਾਲ ਗੱਲ ਕਰਨ। ਤੁਹਾਡੀ ਵਿਚੋਲਗੀ, ਹੂ ਆਰ ਯੂ, ਵਾਟ ਅਥਾਰਟੀ ਯੂ ਹੈਵ ਟੂ ਕਮ ਐਂਡ ਟਾਕ ਟੂ ਅਸ? ਤੁਹਾਡੇ ਕੋਲੇ ਤਾਂ ਕੋਈ ਅਥਾਰਟੀ ਨਹੀਂ ਆ ਨਾ। ਵਿਚੋਲਗੀ ਤੁਸੀਂ ਜੇ ਦਿੱਲੀ ਦੀ ਕਰਨ ਆਏ ਹੋ ਸਾਨੂੰ ਮਨਜ਼ੂਰ ਨਹੀਂ ਆ। ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਆਪਦੇ ਘਰਾਂ ਤੇ ਵੀ ਲਾਓ ਤੇ ਜਿੱਥੇ ਜਿੱਥੇ ਇਹਨਾਂ ਦੇ ਮੁਜ਼ਾਹਰੇ ਹੋਣ ਉੱਥੇ ਦਿਖਾਓ। ਇਹਨਾਂ ਨੂੰ ਪਤਾ ਲੱਗੇ ਵੀ ਪੰਜਾਬ ਇਹਨਾਂ ਨਾਲ ਇਸ ਢੰਗ ਨਾਲ ਗੱਲ ਕਰਨ ਵਾਸਤੇ ਤਿਆਰ ਨਹੀਂ ਆ। ਇਹ ਸਾਨੂੰ ਹੁਣ ਗੁੰਮਰਾਹ ਨਹੀਂ ਕਰ ਸਕਦੇ। ਸ਼ੰਭੂ ਤੋਂ ਵੜਦੇ ਅਸੀਂ ਦਿਖਾਵਾਂਗੇ ਕਾਲੀਆਂ ਝੰਡੀਆਂ, ਇਸੇ ਕਰਕੇ ਬੈਠੇ ਆ ਸ਼ੰਭੂ। ਅਗਲੀ ਗੱਲ, ਹੁਣ 14 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਬੁਲਾ ਰਹੀ ਆ। ਮੇਰਾ ਇੱਕ ਹੱਥ ਜੋੜ ਕੇ ਬੇਨਤੀ ਆ ਸਾਡੇ ਜਥੇਬੰਦੀਆਂ ਦੇ ਆਗੂਆਂ ਨੂੰ ਵੀ, ਮੇਰੀ ਹਜੇ ਨਿੱਜੀ ਤੌਰ ਤੇ ਤਾਂ ਗੱਲ ਨਹੀਂ ਹੋਈ, ਪਰ ਮੈਨੂੰ ਇਹ ਲੱਗਦਾ ਜਦੋਂ ਸਰਕਾਰ ਨੇ ਸਾਡੇ ਸੰਘਰਸ਼ ਦਾ ਮੋਮੈਂਟਮ ਤੋੜਨਾ ਹੋਵੇ ਜਾਂ ਸਾਡੇ ਸੰਘਰਸ਼ ਦਾ ਜੋ ਤਿੱਖਾਪਣ ਆ ਉਹਨੂੰ ਕਮਜ਼ੋਰ ਕਰਨਾ ਹੋਵੇ ਤਾਂ ਇਹ ਸਾਰੀਆਂ ਨੀਤੀਆਂ ਉਹ ਸਰਕਾਰ ਚੱਲਦੀ ਆ, ਇਹ ਸਾਰੀਆਂ ਚਾਲਾਂ ਚੱਲਦੀ ਆ। ਚਾਲ ਕਿਵੇਂ ਹੋਈ? ਸਰਕਾਰ ਨੇ ਉੱਥੇ ਸਾਡੇ ਨਾਲ ਗੱਲ ਕੀ ਕਰਨੀ ਆ ਵੀ ਆਓ ਸਾਡੇ ਨਾਲ ਗੱਲ ਕਰੋ। ਉੱਥੇ ਉਹਨਾਂ ਦੇ IAS ਲੈਵਲ ਦੇ ਜਿਹੜੇ ਉਹ ਸੈਕਟਰੀ ਆ ਉਹ ਬੈਠੇ ਹੋਣਗੇ ਜਿਨ੍ਹਾਂ ਨੇ ਇਹ ਸਾਰੇ ਕਾਨੂੰਨ ਬਣਾਏ ਆ, ਜਾਂ ਉਹਨਾਂ ਦੀ ਲੀਗਲ ਪੈਨਲ ਦੀ ਟੀਮ ਬੈਠੀ ਹੋਊਗੀ। ਹੁਣ ਸਾਨੂੰ ਕੀ ਚਾਹੀਦਾ? ਜੇ ਗੱਲ ਕਰਨੀ ਆ ਸਰਕਾਰ ਨੂੰ ਕਹੋ ਪਹਿਲਾਂ ਸਾਡੇ ਨਾਲ, ਸਾਨੂੰ ਦਿਲਾਂ 'ਚ ਇਹ ਭਰੋਸਾ ਜਤਾਓ ਵੀ ਤੁਸੀਂ ਸੱਚੇ ਰੂਪ 'ਚ ਸਾਡੇ ਨਾਲ ਗੱਲ ਕਰਨਾ ਚਾਹੁੰਦੇ, ਅਸਲ 'ਚ ਗੱਲ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਕਾਨੂੰਨ ਆ ਉਹਨਾਂ ਨੂੰ ਸਸਪੈਂਡ ਕਰੋ, ਕੀਪ ਇਟ ਇਨ ਅਬੈਂਸ। ਜਦੋਂ ਤੱਕ ਇਹ ਗੱਲਬਾਤ ਦਾ ਕੋਈ ਸਿਲਸਿਲਾ ਚੱਲ ਕੇ ਕਿਸੇ ਆਪਾਂ ਕਹਿ ਲਈਏ ਹੱਲ ਤੱਕ ਨਹੀਂ ਪਹੁੰਚਦਾ, ਜਦੋਂ ਤੱਕ ਹੱਲ ਨਹੀਂ ਨਿਕਲਦਾ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰੋ, ਫਿਰ ਗੱਲਬਾਤ ਲਈ ਬੈਠੋ। ਤੇ ਗੱਲਬਾਤ ਲਈ ਵੀ ਜਦੋਂ ਬੈਠਣਾ ਉਦੋਂ ਅਸੀਂ ਇੱਕ ਐਗਰੋ ਇਕੋਨੋਮਿਸਟ ਆ ਜਿਹੜੇ ਸਾਡੇ ਪੰਜਾਬ ਦੇ, ਉਹਨਾਂ ਨੂੰ ਨਾਲ ਲੈ ਕੇ ਚੱਲੀਏ, ਲੀਗਲ ਜਿਹੜੇ ਸਾਡੇ ਬ੍ਰੇਨ ਆ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਤੇ ਉਹ ਸਾਰੇ ਸਿਲਸਿਲੇ 'ਚ ਗੱਲਬਾਤ ਹੋਵੇ ਤਾਂ ਹੀ ਕੋਈ ਪਾਰਦਰਸ਼ਤਾ ਹੋਊਗੀ ਉੱਥੇ। ਕਿਉਂਕਿ ਉਹਨਾਂ ਦੀਆਂ ਇਕਨੋਮਿਕ ਜਿਹੜੀਆਂ ਐਗਰੋ ਇਕੋਨੋਮਿਕ ਨੀਤੀਆਂ ਜਾਂ ਸਾਜ਼ਿਸ਼ਾਂ ਨੂੰ ਸਮਝਣ ਦਾ ਵੀ ਮੌਕਾ ਸਾਨੂੰ ਮਿਲੂਗਾ, ਉਹਨਾਂ ਦੀਆਂ ਲੀਗਲ ਚਾਲਾਂ ਨੂੰ ਸਮਝਣ ਦਾ ਵੀ ਮੌਕਾ ਮਿਲੂਗਾ, ਉਹਨਾਂ ਦੀ ਵਿਚਾਰਧਾਰਾ ਸਮਝਣ ਦਾ ਵੀ ਸਾਨੂੰ ਮੌਕਾ ਮਿਲੂਗਾ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਆ ਵੀ ਇਕੱਲੇ ਆਪ ਜੇ ਤੁਸੀਂ 14 ਤਰੀਕ ਨੂੰ ਜਾ ਕੇ ਸਰਕਾਰ ਨਾਲ ਬਿਨਾਂ ਕਿਸੇ ਸ਼ਰਤ ਤੋਂ ਬੈਠੋਗੇ, ਉਹਨਾਂ ਨੇ ਇੱਕ ਵਾਰੀ ਸਾਡਾ ਮੋਮੈਂਟਮ ਤੋੜ ਦੇਣਾ। ਉਹਨਾਂ ਨੂੰ, ਸਰਕਾਰ ਨੂੰ ਪਤਾ ਵੀ ਇਹ ਜਿਹੜੀ ਇਹਨਾਂ ਦੀ ਗੱਡੀ ਇੱਕ ਵਾਰੀ ਭੱਜੀ ਜਾਂਦੀ ਹੈ ਨਾ, ਇਹਨੂੰ ਇੱਕ ਵਾਰੀ ਠੱਲ ਲਓ ਕਿਵੇਂ ਨਾ ਕਿਵੇਂ। ਖੜੀ ਗੱਡੀ ਨੂੰ ਤਾਂ ਪਲਟਾ ਲਾਂਗੇ, ਭੱਜਦੀ ਗੱਡੀ ਨੂੰ ਨਹੀਂ ਪਲਟਾਇਆ ਜਾਣਾ। ਸੋ ਮੋਮੈਂਟਮ ਨਹੀਂ ਅਸੀਂ ਤੋੜਨਾ। ਅਗਲੀ ਗੱਲ, ਮੈਂ ਕੁਝ ਦਿਨਾਂ ਦੇ ਕੁਝ ਲੇਖ ਪੜ੍ਹ ਰਿਹਾ ਸੀ, ਮੇਰੀ ਬੇਨਤੀ ਆ ਜਿਹੜੇ ਆ ਗੱਗ ਬਣੀ ਆ ਹੋਰ ਜਿਹੜੇ ਬੰਦੇ ਵੱਡੇ ਵੱਡੇ ਲੇਖ ਲਿਖਣ ਲੱਗ ਗਏ, ਮੇਰੇ ਤੇ ਲਿਖਣ ਲੱਗ ਗਏ, ਇਹ ਕਹਿ ਲਓ ਹਜੇ ਜਿਹੜਾ ਮੇਰਾ ਕੈਰੈਕਟਰ ਅਸੈਸੀਨੇਸ਼ਨ ਆ ਨਾ ਇਹ ਬਾਅਦ ਚ ਕਰ ਲਿਓ। ਬੜਾ ਟਾਈਮ ਪਿਆ ਸਾਡੇ ਕੋਲੇ ਕੈਰੈਕਟਰ ਅਸੈਸੀਨੇਸ਼ਨ ਕਰਨ ਦਾ। ਹਜੇ ਜਿਹੜੇ ਤੁਹਾਡੇ ਲੇਖ ਹੋਣੇ ਚਾਹੀਦੇ ਆ ਉਹ ਸਿਰਫ ਦਿੱਲੀ ਦੇ ਖਿਲਾਫ ਲਿਖੋ, ਸੰਘਰਸ਼ ਦਾ ਪਾਰਟ ਬਣੋ। ਜੇ ਮੈਂ ਆਪਦੀ ਗੱਲ ਕਰਾਂ, ਅੱਜ ਤੱਕ ਇੱਕ ਵੀ ਮੇਰੀ ਸਟੇਟਮੈਂਟ ਕਿਸੇ ਕੋਈ ਸਲਾਹ ਜੇ ਤੁਸੀਂ ਪੰਜਾਬ ਦੇ ਹੱਕ 'ਚ ਨਾ ਹੋਵੇ ਤਾਂ ਤੁਸੀਂ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋਈ ਇਹੋ ਜਿਹੀ ਸਲਾਹ ਦਿੱਤੀ ਹੋਵੇ ਜਿਹੜੀ ਦਿੱਲੀ ਦੇ ਹੱਕ 'ਚ ਭੁਗਤਦੀ ਹੋਵੇ, ਤੁਸੀਂ ਆ ਕੇ ਗੱਲ ਕਰ ਸਕਦੇ ਹੋ। ਹੁਣ ਮੈਂ ਕੌਣ ਆ? ਮੈਂ ਕੀ ਆਪਦੇ ਅੰਦਰ ਚਿੰਗ ਲੈ ਕੇ ਆਇਆ? ਮੇਰੇ ਤੇ ਸ਼ੱਕ ਕਰਦੇ ਹੋ, ਨਹੀਂ ਕਰਦੇ, ਕਿੱਥੇ ਕੀ ਕਰਨਾ ਹੈ ਆਪਾਂ ਬਾਅਦ 'ਚ ਕਰਾਂਗੇ, ਇਹਨਾਂ ਗੱਲਾਂ ਨੂੰ ਨਜਿੱਠ ਲਾਂਗੇ। ਬੜਾ ਟਾਈਮ ਆ ਤੁਹਾਡੇ ਕੋਲੇ। ਇਸ ਟਾਈਮ ਸਾਡਾ ਫੋਕਸ ਆ ਸਾਡਾ ਕਿਸਾਨੀ ਦਾ ਤੇ ਮਜ਼ਦੂਰਾਂ ਦਾ ਸੰਘਰਸ਼ ਫੋਕਸ ਆ। ਜਿਹੜਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਦੇ ਜਵਾਬ ਲੈਣੇ, ਉਹਦੀਆਂ ਜਿਹੜੀਆਂ ਸਾਜ਼ਿਸ਼ਾਂ ਕਿੱਥੋਂ ਉਹ ਸਾਜ਼ਿਸ਼ ਵਿੱਢੀ ਜਾਂਦੀ ਹੈ, ਇਸ ਗੱਲ ਤਾਈਂ ਪਹੁੰਚਣਾ। ਸੋ ਬੜਾ ਸੰਭਲ ਕੇ ਤੇ ਬੜੇ ਧਿਆਨ ਨਾਲ ਸਾਨੂੰ ਇਸ ਟਾਈਮ ਚੱਲਣ ਦੀ ਜ਼ਰੂਰਤ ਆ। ਸਾਨੂੰ ਇਹ ਨਾ ਦੱਸੋ ਵੀ 2 ਦਿਨਾਂ ਦਾ ਕੋਲਾ ਬਚਿਆ, ਸਾਡੇ ਤੋਂ ਇਹ ਪੁੱਛੋ ਵੀ ਤੁਹਾਡੇ ਰਸੋਈਆਂ 'ਚ ਆਟਾ ਕਿੰਨੇ ਕੁ ਦਿਨਾਂ ਦਾ ਬਚਿਆ। ਤੁਹਾਡੇ ਇਹ ਨਾ ਦੱਸੋ ਵੀ ਮੁੜ ਕੇ ਪੰਜਾਬ 'ਚ ਹਨੇਰਾ ਹੋ ਜੂ। ਜੇ ਕਾਲੇ ਕਾਨੂੰਨ ਆ ਗਏ ਤਾਂ ਸਦਾ ਲਈ ਹਨੇਰਾ ਹੋ ਜੂਗਾ ਫਿਰ ਪੰਜਾਬ 'ਚ। ਅਸੀਂ 2-4 ਦਿਨਾਂ ਦਾ ਹਨੇਰਾ ਸਹਿ ਲਾਂਗੇ। ਅਸੀਂ 2-4 ਦਿਨਾਂ ਦਾ ਜੇ ਕੋਲਾ ਬਚਿਆ, ਇਹ ਗੱਲਾਂ 'ਚ ਬਲੈਕਮੇਲ ਨਹੀਂ ਹੋਣਾ।
ਸਾਡੇ ਕੋਲੇ ਤਾਂ ਆਟਾ ਤੁਸੀਂ ਸਾਡੇ ਰਸੋਈਆਂ ਚੋਂ ਕੱਢ ਲੈ ਜਾਓਗੇ, ਮੁੜ ਕੇ ਤੁਹਾਡੇ ਤੋਂ ਮੰਗਣ ਜੋਗੇ ਵੀ ਨਹੀਂ ਰਹਿਣਾ। ਸੋ ਜਿਹੜਾ ਸੰਘਰਸ਼ ਆ ਇਹਨੂੰ ਹੁਣ ਅਗਲੇ ਪੜਾਅ 'ਚ ਜਾ ਰਿਹਾ ਹੈ। ਇਸ ਅਗਲੇ ਪੜਾਅ 'ਚ ਇਹ ਦੇਖਣਾ ਵੀ ਇੱਥੇ ਟੇਬਲ ਤੇ ਗੱਲਬਾਤ ਹੋਣੀ ਆ, ਪੋਲੀਟੀਕਲ ਡਿਪਲੋਮੈਸੀ ਜਿਹਨੂੰ ਕਹਿੰਦੇ ਆ। ਅਸੀਂ ਪੋਲੀਟੀਕਲ ਡਿਪਲੋਮੈਸੀ 'ਚ ਫੇਲ ਨਹੀਂ ਹੋਣਾ। ਪੋਲੀਟੀਕਲ ਡਿਪਲੋਮੈਸੀ 'ਚ ਹਮੇਸ਼ਾ ਹੀ ਅਸੀਂ ਖਤਾ ਖਾਂਦੇ ਆਏ ਆ। ਉੱਥੇ ਅਸੀਂ ਟੇਬਲ ਤੇ ਜਾ ਕੇ ਲੜਾਈ ਨਹੀਂ ਹਾਰਨੀ। ਇਸੇ ਕਰਕੇ ਮੇਰਾ ਜਿਹੜਾ ਸੁਝਾਅ ਆ, ਸਾਡੀ ਪੰਚਾਇਤ ਦਾ, ਸ਼ੰਭੂ ਮੋਰਚੇ ਦੀ ਪੰਚਾਇਤ ਦਾ ਸੁਝਾਅ ਇਹ ਆ ਵੀ ਐਗਰੋ ਇਕੋਨੋਮਿਸਟ ਨੂੰ ਨਾਲ ਰੱਖੀਏ, ਲੀਗਲ ਬ੍ਰੇਨਸ ਨੂੰ ਨਾਲ ਰੱਖੀਏ, ਕੁਝ ਇੰਟੈਲੈਕਚੁਅਲਸ ਨੂੰ ਵੀ ਨਾਲ ਰੱਖੀਏ ਤੇ ਕਿਸਾਨ ਆਗੂ ਜਾਣ, ਫਿਰ ਸਰਕਾਰ ਨਾਲ ਬੈਠਣ ਤੇ ਸਰਕਾਰ ਇਹ ਗੱਲ ਸਾਨੂੰ ਸ਼ੋਰਿਟੀ ਦੇਵੇ ਵੀ ਇਹ ਕਾਨੂੰਨ ਸਸਪੈਂਡ ਕਰਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ। ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ ਇਹ ਕਾਨੂੰਨ ਸਸਪੈਂਡ ਰਹਿਣਗੇ, ਫਿਰ ਗੱਲਬਾਤ ਕਰਨ ਦਾ ਕੋਈ ਉਹਨਾਂ ਨਾਲ ਸਾਡਾ ਮਕਸਦ ਬਣਦਾ ਜਾਂ ਸਾਡਾ ਇਹ ਸਮਝ ਆਉਂਦੀ ਆ ਵੀ ਸਰਕਾਰ ਇਸ ਗੱਲ ਲਈ ਸੀਰੀਅਸ ਆ। ਅਗਲੀ ਗੱਲ, ਹੁਣ ਅਸੀਂ ਧਰਨਿਆਂ ਤੇ ਮੋਰਚਿਆਂ ਤੇ ਬੈਠੇ ਆ। ਇਹਨਾਂ ਧਰਨਿਆਂ ਮੋਰਚਿਆਂ ਨੇ ਸੰਘਰਸ਼ ਲੜੇ ਆ, ਘੋਲ ਲੜੇ ਆ, ਪਰ ਗੱਲ ਇਹ ਆ ਸਾਡੇ ਕੋਲੇ ਉਹਨਾਂ ਦੀ ਅਸੀਂ ਇੱਜ਼ਤ ਵੀ ਕਰਦੇ ਆ ਵੀ ਲੜੇ ਆ, ਪਰ ਨਾਲ ਸਾਡੇ ਕੋਲੇ 70-75 ਸਾਲਾਂ ਦਾ ਇਤਿਹਾਸ ਪਿਆ। ਉਹਦੇ ਚੋਂ ਨਿਕਲਿਆ ਕੀ ਆ? ਨਿਕਲਿਆ ਤਾਂ ਖੁਦਕੁਸ਼ੀਆਂ, ਨਿਕਲੇ ਤਾਂ ਕਰਜ਼ੇ ਆ, ਨਿਕਲੇ ਤਾਂ ਲਿਮਟਾਂ ਕਿਸਾਨਾਂ ਤੇ, ਨਿਕਲਿਆ ਤਾਂ ਸ਼ੋਸ਼ਣ ਆ ਮਜ਼ਦੂਰਾਂ ਦਾ, ਨਿਕਲਿਆ ਕੀ ਆ? ਸਾਨੂੰ ਧਰਮਾਂ ਦੇ ਨਾਂ ਤੇ ਲੜਾਇਆ ਜਾਂਦਾ। ਆ ਬੇਅਦਬੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ, ਇਹਦੇ ਪਿੱਛੇ ਤੁਹਾਨੂੰ ਆਪ ਅਸੀਂ ਸਾਰੇ ਸਿਆਣੇ ਆ ਵੀ ਇਸ ਮੌਕੇ ਤੇ ਜਿੱਥੇ ਪੰਜਾਬ ਖੜਾ, ਜਿੱਥੇ ਅੰਦੋਲਨ ਇਸ ਟਾਈਮ ਖੜ ਗਿਆ ਕਿ ਜਾਂ ਇਸ ਅੰਦੋਲਨ ਨੂੰ ਅਸੀਂ ਹੋਰ ਜ਼ਿਆਦਾ ਅੱਗੇ ਵਧਾ ਰਹੇ ਹਾਂ, ਇੱਥੇ ਹੀ ਹੋਣੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਉਦਾਂ ਹੀ ਹੋਣੀ ਸੀ ਜਿੱਦੇ ਬਰਗਾੜੀ 'ਚ ਅੱਜ ਦੇ ਦਿਨ ਜਾਂ ਕੱਲ੍ਹ ਦੇ ਦਿਨ ਗਏ ਹੋਏ, ਕੱਲ੍ਹ ਦੇ ਦਿਨ ਬੇਅਦਬੀ ਹੋਈ ਸੀ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣਾ ਪਊਗਾ, ਸਾਨੂੰ ਲੜਨਾ ਪਊਗਾ, ਸਿਰ ਜੋੜ ਕੇ ਬੈਠਣਾ ਪਊਗਾ। ਅਗਲੀ ਗੱਲ, ਪਹਿਰਾ ਲਾਉਣ ਲੱਗ ਜਾਓ। ਗੁਰਦੁਆਰਿਆਂ ਸਾਹਿਬਾਨਾਂ 'ਚ ਵੀ ਪਹਿਰਾ ਲੱਗੇ, ਸਾਡੇ ਸਾਰੇ ਗੁਰਦੁਆਰਿਆਂ 'ਚ ਪਹਿਰਾ ਲਾਈਏ। ਆਪਦੇ ਇਸ਼ਟ ਦੀ ਜੇ ਅਸੀਂ ਰਾਖੀ ਨਹੀਂ ਕਰ ਸਕਦੇ ਫਿਰ ਸਾਡੇ ਪੱਲੇ ਕੁਛ ਨਹੀਂ ਰਹਿਣਾ। ਇੰਨੀਆਂ ਕੁ ਬੇਨਤੀਆਂ, ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ੍ਰੀ ਅਕਾਲ, ਜਿਉਂਦੇ ਵਸਦੇ ਰਹੋ।